ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ। ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅਸਲ ਵਿੱਚ ਜਿਹੜੀ ਫਿਕਰ ਹੈ ਤੁਹਾਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੀ, ਪੰਥ ਦੀ ਜਾਂ ਦੇਸ਼ ਦੀ ਨਹੀਂ ਹੈ, ਬਲਕਿ ਉਹ ਬਾਦਲ ਕੇ ਟੱਬਰ ਦੀ ਤੁਹਾਨੂੰ ਫਿਕਰ ਹੈ। ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ, ਦੇਸ਼ ਲਈ ਵੀ ਸਹੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ। ਆਪਣੇ ਆਪ ਨੂੰ ਪੁੱਛਿਓ ਗਿਆਨੀ ਜੀ ਕਿ ਤੁਸੀਂ ਜੋ ਕਰ ਰਹੇ ਹੋ, ਜੋ ਤੁਸੀਂ ਬੋਲ ਰਹੇ ਹੋ, ਤੁਹਾਡੇ ਅੰਦਰ ਕੋਈ ਇਮਾਨਦਾਰੀ ਹੈ? ਦੇ ਕੇ ਆਏ ਮੰਗ ਪੱਤਰ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਾਡਾ ਬੀਬੀ ਜਗੀਰ ਕੌਰ ਨਾਲ ਡਿਬੇਟ ਕਰਾਓ, ਇਸ ਗੱਲ ਤੇ ਚਰਚਾ ਕਰਾਓ। ਜੇ ਅਸੀਂ ਦੋਸ਼ੀ ਹਾਂ ਧਰਨਾ ਦੇਣ ਵਾਲੇ ਤਾਂ ਸਾਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਲਾਈ ਜਾਵੇ, ਜੇ ਬੀਬੀ ਝੂਠ ਬੋਲਦੀ ਹੈ ਉਹਨੂੰ ਸਜ਼ਾ ਲਾਈ ਜਾਵੇ। ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਤੁਸੀਂ ਉਹਦੇ ਤੇ ਚੁੱਪ ਵੱਟ ਕੇ ਹੁਣ ਤੁਸੀਂ ਸੋਚਦੇ ਹੋ ਵੀ ਇਹ ਜਿਹੜੇ ਸਿੱਖ ਨੇ ਕਿਸੇ ਪਾਵਰ ਦੇ ਵਿੱਚ ਨਹੀਂ, ਕਿਸੇ ਤਾਕਤ ਦੇ ਵਿੱਚ ਨਹੀਂ ਹੈਗੇ, ਇਹ ਜੋ ਮਰਜ਼ੀ ਇਹਨਾਂ ਦੇ ਉੱਤੇ ਅਸੀਂ ਥੋਪੀ ਜਾਈਏ ਉਸੇ ਤਰ੍ਹਾਂ ਇਹਨਾਂ ਨੂੰ ਮੰਨਣਾ ਚਾਹੀਦਾ। ਆਪਣੀ ਆਪਣੀ ਈਗੋ ਛੱਡ ਕੇ ਗੁਰਧਾਮਾਂ ਨੂੰ, ਸਾਡੇ ਪਵਿੱਤਰ ਇਤਿਹਾਸਕ ਗੁਰਧਾਮਾਂ ਨੂੰ ਬਾਦਲ ਮੁਕਤ ਕਰਨ ਦੇ ਲਈ ਇਕਮੁੱਠ ਹੋਈਏ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਦੇ ਲਈ ਘਾਤਕ ਹੈ। ਇਸ ਬਿਆਨ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਿਆ ਹੈ। ਇਸ ਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਿਧਾਂਤਕ ਤੌਰ ਤੇ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ, ਪਰ ਜੋ ਫਿਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹ ਬਾਦਲ ਪਰਿਵਾਰ ਦੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਇੱਕ ਬਿਆਨ ਦਿੱਤਾ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਜਿੱਥੇ ਕੌਮ ਲਈ ਨੁਕਸਾਨਦਾਇਕ ਹੈ, ਉੱਥੇ ਦੇਸ਼ ਦੇ ਲਈ ਵੀ ਘਾਤਕ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਦੇ ਲਈ ਵੀ ਬੜੇ ਵੱਡੇ ਪੱਧਰ ਤੇ ਕੁਰਬਾਨੀਆਂ ਦਿੱਤੀਆਂ ਨੇ। ਗਿਆਨੀ ਜੀ ਨੇ ਅਕਾਲੀ ਦਲ ਦੇ ਵੱਖਰੇ ਵੱਖਰੇ ਧੜਿਆਂ ਨੂੰ ਵੀ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣ। ਇਸ ਸੰਬੰਧੀ ਮੈਂ ਕੁਝ ਨੁਕਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ। ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਣ ਮੱਤਾ ਇਤਿਹਾਸ ਹੈ ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਇਸ ਗੱਲ ਤੋਂ ਜਾਣੂ ਨੇ ਕਿ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ, ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਲਿਆਂਦੀ ਹੈ। ਪਰ ਜਿਹੜੀ ਤੁਸੀਂ ਅੱਜ ਅਕਾਲੀ ਦਲ ਦੀ ਫਿਕਰ ਕਰ ਰਹੇ ਹੋ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅਸਲ ਵਿੱਚ ਜਿਹੜੀ ਫਿਕਰ ਹੈ ਤੁਹਾਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੀ, ਪੰਥ ਦੀ ਜਾਂ ਦੇਸ਼ ਦੀ ਨਹੀਂ ਹੈ, ਬਲਕਿ ਉਹ ਬਾਦਲ ਕੇ ਟੱਬਰ ਦੀ ਤੁਹਾਨੂੰ ਫਿਕਰ ਹੈ। ਕਿਉਂਕਿ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਕੀ ਅਕਾਲੀ ਦਲ ਅੱਜ ਖਤਮ ਹੋਇਆ? ਅਕਾਲੀ ਦਲ ਤਾਂ ਉਸੇ ਦਿਨ ਖਤਮ ਹੋ ਗਿਆ ਸੀ। ਸਿਧਾਂਤਕ ਤੌਰ ਤੇ ਅਕਾਲੀ ਦਲ ਦਾ ਕਤਲ ਤਾਂ ਉਸ ਦਿਨ ਹੋ ਗਿਆ ਸੀ ਜਦੋਂ ਮੋਗੇ ਦੀ ਕਾਨਫਰੰਸ ਦੇ ਵਿੱਚ ਤੁਹਾਡੇ ਚਹੇਤਿਆਂ ਨੇ ਇਹ ਐਲਾਨ ਕਰਤਾ ਸੀ ਕਿ ਅਕਾਲੀ ਦਲ ਅੱਜ ਤੋਂ ਪੰਥਕ ਪਾਰਟੀ ਨਹੀਂ ਬਲਕਿ ਇਹ ਪੰਜਾਬੀ ਪਾਰਟੀ ਹੈ। ਤੁਹਾਡੇ ਚਹੇਤੇ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਤੁਹਾਨੂੰ ਜਥੇਦਾਰ ਬਣਾਇਆ ਹੈ, ਉਹਨਾਂ ਦੀਆਂ ਕਰਤੂਤਾਂ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਆ ਲਾਂਤ ਪੱਤਰ ਦੇ ਵਿੱਚ ਵੀ ਡਿਟੇਲ ਦੇ ਵਿੱਚ ਲਿਖੀਆਂ ਹੋਈਆਂ ਨੇ। ਜਦੋਂ ਬਾਦਲ ਨੇ ਸਰਪੰਚੀ ਸ਼ੁਰੂ ਕੀਤੀ ਹੈ, ਜਦੋਂ ਉਹ 1970 ਦੇ ਵਿੱਚ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ, ਉਸੋਂ ਲੈ ਕੇ ਇਹ ਬਰਗਾੜੀ ਕਾਂਡ ਤੱਕ ਜਿਹੜੀਆਂ ਇਹਨਾਂ ਨੇ ਕਰਤੂਤਾਂ ਕੀਤੀਆਂ ਨੇ ਉਹ ਸਾਰੀਆਂ ਸਾਡੇ ਇਹ ਅਸੀਂ ਸੰਗਤ ਦੇ ਵਿੱਚ ਵੰਡੀਆਂ ਨੇ ਔਰ ਪੜ੍ਹ ਕੇ ਵੀ ਸੁਣਾਈਆਂ ਨੇ। ਮੈਂ ਕਹਿਣਾ ਚਾਹੁੰਦਾ ਕਿ ਦੇਖੋ, ਪਿਛਲੀ ਵਾਰੀ ਵੀ 2017 ਦੇ ਵਿੱਚ ਵੀ ਅਕਾਲੀ ਦਲ ਦਾ ਹਸ਼ਰ ਬਹੁਤ ਮਾੜਾ ਹੋਇਆ ਸੀ, ਪਰ ਉਦੋਂ ਤੁਹਾਡੇ ਵਰਗੇ ਜਥੇਦਾਰਾਂ ਨੂੰ ਕਿਸੇ ਨੂੰ ਇੰਨੀ ਤਕਲੀਫ ਨਹੀਂ ਸੀ ਹੋਈ, ਕਿਉਂਕਿ ਉਦੋਂ ਘੱਟੋ ਘੱਟ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਨੂੰ ਜਥੇਦਾਰ ਨਿਯੁਕਤ ਕਰਦੇ ਨੇ ਬਾਦਲ ਕੇ, ਉਹ ਜਿੱਤ ਗਏ ਸੀ। ਪਰ ਹੁਣ ਤੁਸੀਂ ਇੰਨਾ ਜ਼ਿਆਦਾ ਚਿੰਤਤ ਹੋ ਗਏ ਹੋ ਕਿਉਂਕਿ ਵੇਖੋ, ਰਾਜਨੀਤਿਕ ਪਾਰਟੀਆਂ ਨਾਲ ਵਖਰੇਵੇਂ ਹਜ਼ਾਰਾਂ ਹੋ ਸਕਦੇ ਨੇ, ਪਰ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਮੈਂ ਸਮਝਦਾ ਇੱਕ ਸਕੂਨ ਮਿਲਿਆ, ਇੱਕ ਹਿਰਦੇ 'ਚ ਠੰਡ ਪਈ ਹੈ ਜਦੋਂ
ਪੰਥ ਦੇ ਵੱਡੇ ਗਦਾਰ ਜਿਨ੍ਹਾਂ ਨੂੰ ਜਥੇਦਾਰਾਂ ਨੇ ਫਖਰੇ ਕੌਮ ਦੇ ਖਿਤਾਬ ਦਿੱਤੇ, ਜਦੋਂ ਉਹ ਬੁਰੀ ਤਰ੍ਹਾਂ ਰੋਲ ਤੇ ਪੰਜਾਬ ਨੇ, ਪੰਜਾਬ ਦੇ ਲੋਕਾਂ ਨੇ, ਤਾਂ ਇਹਦੇ ਨਾਲ ਸਾਨੂੰ ਠੰਡ ਪਈ ਹੈ ਹਿਰਦਿਆਂ ਨੂੰ। ਗਿਆਨੀ ਹਰਪ੍ਰੀਤ ਸਿੰਘ ਜੀ, ਅਸੀਂ ਸਿੱਖ ਜਿਹੜੇ ਕਿਸੇ ਪਾਵਰ ਦੇ ਵਿੱਚ ਨਹੀਂ, ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ 2015 ਦੇ ਵਿੱਚ ਹੋਈ ਬਰਗਾੜੀ ਦੇ ਵਿੱਚ, ਤਾਂ ਉਹਨਾਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਜਦੋਂ ਪੁਸਤ ਪਨਾਹੀ ਹੋ ਰਹੀ ਸੀ, ਉਦੋਂ ਤੁਸੀਂ ਕਿੱਥੇ ਗਏ ਹੋਏ ਸੀ? ਜਾਂ ਤੁਹਾਡੇ ਵਰਗੇ ਜਥੇਦਾਰਾਂ ਨੇ ਉਦੋਂ ਕਦੇ ਨਹੀਂ ਕਿਹਾ ਵੀ ਪੰਥ ਇਕੱਠਾ ਹੋਵੇ, ਪੰਥ ਨੂੰ ਖਤਰਾ ਹੈ? ਜਾਂ ਫਿਰ ਇਨਸਾਫ ਮੰਗਣ ਵਾਲੀ ਸਿੱਖ ਸੰਗਤ ਦੇ ਉੱਤੇ ਜੋ ਕਹਿਰ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਵਿੱਚ ਵਾਪਰਿਆ, ਉਦੋਂ ਪੰਥ ਨੂੰ ਕੋਈ ਖਤਰਾ ਨਹੀਂ ਸੀ? ਕਿ ਇਹ ਅਕਾਲੀ ਦਲ ਉਦੋਂ ਜਿਉਂਦਾ ਸੀ ਸਿਧਾਂਤਕ ਤੌਰ ਤੇ? ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਨੇ, ਜਦੋਂ ਅਕਾਲੀ ਦਲ ਦੀ ਸਰਕਾਰ ਵਿੱਚ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਸੀ, ਉਹਨਾਂ ਤੇ ਡਾਂਗਾ ਭਰਾਈਆਂ ਜਾ ਰਹੀਆਂ ਸੀ, ਮੇਰੇ ਸਮੇਤ ਕਿੰਨੇ ਬੰਦਿਆਂ ਤੇ 307 ਦੇ ਇਰਾਦਾ ਕਤਲ ਦੇ ਪਰਚੇ ਪਾਏ ਜਾ ਰਹੇ ਸੀ, ਕਿ ਸ਼੍ਰੋਮਣੀ ਅਕਾਲੀ ਦਲ ਉਸ ਦਿਨ ਖਤਮ ਨਹੀਂ ਸੀ ਹੋ ਗਿਆ? ਅਕਾਲੀ ਦਲ ਦੀ ਰੂਹ ਦਾ ਕਤਲ ਬਾਦਲਾਂ ਨੇ ਉਦੋਂ ਨਹੀਂ ਸੀ ਕੀਤਾ ਜਦੋਂ ਸੌਦਾ ਸਾਧ ਨੂੰ ਬਿਨਾਂ ਮੰਗਿਆ ਮਾਫੀ ਮੰਗਵਾਈ ਗਈ ਜਥੇਦਾਰਾਂ ਤੋਂ। ਔਰ ਇਹ ਤੋਂ ਇਲਾਵਾ ਜਿਹੜੇ ਡੇਰਾ ਪ੍ਰੇਮੀ ਜਤਿੰਦਰ ਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿੱਚ ਸਾਬਤ ਹੋ ਚੁੱਕੇ ਨੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਦੁਕਾਨ ਨੰਬਰ 61 ਤੇ 80 ਭਗਤਾ ਭਾਈਕਾ ਦੇ ਵਿੱਚ ਦੁਕਾਨਾਂ ਪ੍ਰਾਪਰਟੀ ਦਿੱਤੀ ਹੋਈ ਸੀ ਆਪਣੀ ਕਿਰਾਏ ਦੇ ਉੱਤੇ। ਜਿੰਨਾ ਚਿਰ ਅਸੀਂ ਦਰਬਾਰੇ ਖਾਲਸਾ ਵੱਲੋਂ ਤੇ ਰੌਲਾ ਨਹੀਂ ਪਾਇਆ, ਤੁਹਾਡਾ ਜਲੂਸ ਨਹੀਂ ਕੱਢਿਆ ਟਕਿਆ ਕੇ, ਸੰਗਤ ਨੇ ਸਾਡਾ ਸਾਥ ਦਿੱਤਾ, ਉਦੋਂ ਤੁਸੀਂ ਇਹ ਦੁਕਾਨਾਂ ਖਾਲੀ ਕਰਵਾਈਆਂ ਸੀਗੀਆਂ। ਮੈਂ ਕਿੰਨੀਆਂ ਕਿ ਤੁਹਾਡੇ ਬਾਦਲਾਂ ਦੀ ਕਰਤੂਤਾਂ ਇੱਥੇ ਫਰੋਲਾਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਂਡੇ ਕਿਤੇ ਤੇ ਕੁੜਕੁੜ ਕਿਤੇ ਵਾਲੀ ਜਿਹੜੀ ਗੱਲ ਕਰ ਰਹੇ ਹੋ, ਇਹ ਹੁਣ ਪ੍ਰਵਾਨ ਨਹੀਂ ਹੋਣੀ। ਇਹ ਜਿਹੜੇ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ, ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿਹੜਾ ਵੱਡਾ ਡੇਰੇਦਾਰ ਹੈ ਜਿਹੜੇ ਸਿੱਖ ਵਿਰੋਧੀ ਡੇਰੇ ਦੇ ਕੋਲ ਤੁਹਾਡੇ ਬਾਦਲ ਕੇ ਜਾ ਕੇ ਗਿੱਟਿਆਂ ਦੇ ਵਿੱਚ ਨਹੀਂ ਬਹਿੰਦੇ ਰਹੇ? ਭਨਿਆਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਅੱਗਾ ਲਾਈਆਂ, ਕੀ ਬਾਦਲ ਦਾ ਟੱਬਰ ਉਹਦੇ ਗਿੱਟਿਆਂ 'ਚ ਨਹੀਂ ਸੀ ਬੈਠਾ? ਸੌਦਾ ਸਾਧ ਦੇ ਨਾਲ ਕਿਵੇਂ ਤੁਹਾਡੀ ਜ਼ਾਰੀ ਰਹੀ? ਇਸ ਵਾਰ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੌਦਾ ਸਾਧ ਨੇ ਬੀਜੇਪੀ ਦੇ ਨਾਲ ਬਾਦਲ ਕਹਿੰਦੀ ਸਪੋਰਟ ਕੀਤੀ ਆ, ਉਦੋਂ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ? ਉਦੋਂ ਕੋਈ ਸਿਧਾਂਤਕ ਤੌਰ ਤੇ ਖੜੇ ਸੀ ਅਕਾਲੀ ਦਲ ਵਾਲੇ? ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੇ ਆਪ ਨੂੰ ਪੁੱਛਿਓ ਗਿਆਨੀ ਜੀ ਕਿ ਤੁਸੀਂ ਜੋ ਕਰ ਰਹੇ ਹੋ, ਜੋ ਤੁਸੀਂ ਬੋਲ ਰਹੇ ਹੋ, ਤੁਹਾਡੇ ਅੰਦਰ ਕੋਈ ਇਮਾਨਦਾਰੀ ਹੈ? ਤੁਹਾਡੇ ਤੇ ਲੋਕ ਭਰੋਸਾ ਕਿਵੇਂ ਕਰਨ? ਤੁਸੀਂ ਸਾਰੇ ਧੜਿਆਂ ਨੂੰ ਕਹਿ ਰਹੇ ਹੋ ਆਓ ਜੀ ਅਕਾਲ ਤਖਤ ਸਾਹਿਬ ਤੇ। ਅਕਾਲ ਤਖਤ ਸਾਹਿਬ ਸਨਮਾਨਯੋਗ ਹੈ, ਉੱਥੇ ਜਾਣਾ ਵੀ ਚਾਹੀਦਾ, ਮੈਂ ਬੇਨਤੀ ਵੀ ਕਰੂੰਗਾ ਸਾਰੇ ਜਾਈਏ, ਪਰ ਤੁਹਾਡੇ ਇੰਨੀ ਹਿੰਮਤ ਹੈ ਕਿ ਸੱਚ ਦਾ ਸਾਹਮਣਾ ਕਰ ਲਓਗੇ? ਬਲਕਿ ਤੁਸੀਂ ਤਾਂ ਜਿਹੜੇ ਲੋਕ ਬੇਅਦਬੀ ਦੇ ਮਸਲੇ ਤੇ ਲੜਾਈ ਲੜਦੇ ਨੇ, ਪਿਛਲੇ ਸਮਿਆਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਵਿੱਚ ਬੇਅਦਬੀ ਘਟਨਾਕ੍ਰਮ ਦੇ ਮਸਲੇ ਤੇ ਤੁਸੀਂ ਵਿਚਾਰ ਚਰਚਾ ਸੱਦੀ, ਇਕੱਠ ਸੱਦਿਆ, ਇਕੱਤਰਤਾ ਸੱਦੀ। ਉਸ ਵਿਚਾਰ ਚਰਚਾ ਦੇ ਵਿੱਚ ਗਿਆਨੀ ਜੀ ਕਹਿਣ ਨੂੰ ਤਾਂ ਉਹ ਬੇਅਦਬੀਆਂ ਦੇ ਮਸਲੇ ਤੇ ਚਰਚਾ ਕਰਵਾਉਣੀ ਸੀ ਤੁਸੀਂ। ਮੈਨੂੰ ਦੱਸੋ ਤੁਹਾਡੇ ਤੇ ਕਿਵੇਂ ਕੋਈ ਭਰੋਸਾ ਕਰ ਲਏ? ਜਿਹੜੇ ਬਹਿਬਲ ਕਲਾਂ ਦੇ 2 ਸ਼ਹੀਦ ਹੋਏ, ਆ ਮੇਰੇ ਕੋਲ ਉਹ ਪੋਸਟਰ ਹੈ ਉਸ ਜਿਹੜਾ ਹੈਗਾ ਗਿਆਨੀ ਆਪਣੇ ਵੀਰ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ, ਇਹਨਾਂ ਪਰਿਵਾਰਾਂ ਨੂੰ ਸੱਦਿਆ ਗਿਆ ਸੀ ਉੱਥੇ? ਨਾ ਇਹਨਾਂ ਪਰਿਵਾਰਾਂ ਨੂੰ ਸੱਦਿਆ, ਨਾ ਲੜਾਈ ਲੜਨ ਵਾਲੀ ਕਿਸੇ ਧਿਰ ਨੂੰ ਸੱਦਿਆ, ਬਲਕਿ ਉੱਥੇ ਇੱਕ ਪਾਸੜ ਬੰਦੇ ਸੱਦੇ ਗਏ। ਔਰ ਇਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੇ ਖੜ ਕੇ ਬੀਬੀ ਜੰਗੀਰ ਕੌਰ ਉਦੋਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ, ਜਿਹਨੂੰ ਮੈਂ ਆਹ ਸਵਾਲ ਪੁੱਛੇ ਸੀਗੇ ਜਿਹੜੇ ਜੌਲੀਆਂ ਪਿੰਡ ਦੇ ਵਿੱਚ, ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਅਗਵਾਈ ਦੇ ਵਿੱਚ ਬੀਬੀ ਜੰਗੀਰ ਕੌਰ ਨੇ ਜੋ ਉੱਥੇ ਬਕਵਾਸ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੇ, ਕਿ ਜਿਹੜੇ ਸਿੱਖ ਧਰਨਾ ਲਾ ਰਹੇ ਸੀਗੇ ਇਨਸਾਫ ਪਸੰਦ ਲੋਕ, ਉਹਨਾਂ ਨੂੰ ਕਿਹਾ ਕਿ ਬੇਅਦਬੀਆਂ ਦੇ ਅਸਲ ਦੋਸ਼ੀ ਇਹ ਨਹੀਂ, ਬੀਬੀ ਜੰਗੀਰ ਕੌਰ ਨੇ ਕਿਹਾ। ਅਸੀਂ ਉਸ ਤੋਂ ਬਾਅਦ ਖੁੱਲੀ ਡਿਬੇਟ ਦਾ ਸੱਦਾ ਦਿੱਤਾ। ਬੀਬੀ ਜੰਗੀਰ ਕੌਰ ਨੇ ਜਦੋਂ ਸਾਡਾ ਕੋਈ ਜਵਾਬ ਨਾ ਦਿੱਤਾ, ਗਿਆਨੀ ਹਰਪ੍ਰੀਤ ਸਿੰਘ ਜੀ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਤੁਹਾਡੇ ਉੱਥੇ ਬੰਦੇ ਸੀ, ਉਹਨਾਂ ਨੂੰ ਅਸੀਂ ਇਹ ਦੇ ਕੇ ਆਏ ਮੰਗ ਪੱਤਰ
ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਾਡਾ ਬੀਬੀ ਜੰਗੀਰ ਕੌਰ ਨਾਲ ਡਿਬੇਟ ਕਰਾਓ, ਇਸ ਗੱਲ ਤੇ ਚਰਚਾ ਕਰਾਓ। ਜੇ ਅਸੀਂ ਦੋਸ਼ੀ ਆ ਧਰਨਾ ਦੇਣ ਵਾਲੇ ਤਾਂ ਸਾਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਲਾਈ ਜਾਵੇ, ਜੇ ਬੀਬੀ ਝੂਠ ਬੋਲਦੀ ਹੈ ਉਹਨੂੰ ਸਜ਼ਾ ਲਾਈ ਜਾਵੇ। ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਤੇ ਤੁਸੀਂ ਉਹਦੇ ਤੇ ਚੁੱਪ ਵੱਟ ਗਏ। ਹੁਣ ਤੁਸੀਂ ਸੋਚਦੇ ਹੋ ਵੀ ਇਹ ਜਿਹੜੇ ਸਿੱਖ ਨੇ ਕਿਸੇ ਪਾਵਰ ਦੇ ਵਿੱਚ ਨਹੀਂ, ਕਿਸੇ ਤਾਕਤ ਦੇ ਵਿੱਚ ਨਹੀਂ ਹੈਗੇ, ਇਹ ਜੋ ਮਰਜ਼ੀ ਇਹਨਾਂ ਦੇ ਉੱਤੇ ਅਸੀਂ ਥੋਪੀ ਜਾਈਏ ਉਸੇ ਤਰ੍ਹਾਂ ਇਹਨਾਂ ਨੂੰ ਮੰਨਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ, ਸਰਕਾਰਾਂ ਵੀ ਸਾਡੀਆਂ ਦੁਸ਼ਮਣ ਨੇ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਮੱਤੀ ਸੰਸਥਾ ਹੈ, ਪਰ ਉੱਥੇ ਤੁਹਾਡੇ ਵਰਗੇ ਗਦਾਰ ਡੋਗਰੇ ਉੱਥੇ ਕਾਬਜ ਨੇ, ਉਹ ਵੀ ਸਾਡੇ ਵੱਲ ਅੱਖਾਂ ਕੱਢਦੇ ਆ ਤੇ ਸਾਡੇ ਨਿਤ ਨਵੀਆਂ ਸਾਡੇ ਲਈ ਸਮੱਸਿਆਵਾਂ ਖੜੀਆਂ ਕਰਦੇ ਆ। ਸਾਡਾ ਕੌਣ ਹੈ? ਗੁਰ ਮੇਰੇ ਸੰਗ ਸਦਾ ਹੈ ਨਾਲੀ। ਸਾਡਾ ਕੌਣ ਹੈ? ਗੁਰੂ ਦੀ ਸੰਗਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਮੇਰੀ ਕੋਈ ਔਕਾਤ ਨਹੀਂ ਹੈ। ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਵੱਡੇ ਬੰਦੇ ਹੋ, ਤੁਹਾਨੂੰ ਤਾਂ ਵੱਡੇ ਬਾਦਲ, ਛੋਟੇ ਬਾਦਲ, ਬਾਦਲਾਂ ਦਾ ਥਾਪੜਾ, ਤੁਸੀਂ ਤਾਂ ਵੱਡੇ ਹੋ ਨਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਦੇ ਨਾਲ, ਗੁਰੂ ਕੀ ਸੰਗਤ ਦੀ ਅਸੀਸ ਦੇ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਤੋਂ ਗੁਰਮਤਿ ਪ੍ਰਚਾਰ ਦੀ ਸੇਵਾ ਲਈ ਔਰ ਲੈ ਰਹੇ ਨੇ। ਇਹਦੇ ਨਾਲ ਨਾਲ ਜਿਹੜਾ ਕੁਫਰ ਤੁਸੀਂ ਤੋਲ ਰਹੇ ਹੋ, ਜਿਹੜੇ ਝੂਠ ਤੁਹਾਡੇ ਬੰਦੇ ਬੋਲ ਰਹੇ ਆ ਜਿਸ ਕਿਸਮ ਦੇ, ਉਹ ਅਸੀਂ ਲਗਾਤਾਰ ਨੰਗੇ ਕਰ ਰਹੇ ਹਾਂ। ਮੈਂ ਹੱਥ ਬੰਨਣੇ ਚਾਹੁੰਦਾ ਜਿਹੜੇ ਲੋਕਾਂ ਨੇ, ਪੰਜਾਬ ਦਿਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਾਦਲਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਗੁਰੂ ਮਹਾਰਾਜ ਦਾ ਸ਼ੁਕਰ ਹੈ ਕੋਟਨ ਕੋਟ ਸੱਚੇ ਪਾਤਸ਼ਾਹ, ਜਦੋਂ ਤੁਹਾਡੇ ਪਾਵਨ ਸਰੂਪ ਗਲੀਆਂ ਦੇ ਵਿੱਚ ਰੁਲੇ ਸੀ ਉਸ ਵਕਤ ਅਸੀਂ ਵਿਰੋਧ ਤਾਂ ਕਰਦੇ ਰਹੇ ਸਿੱਖ, ਪਰ ਅਸੀਂ ਘਰੇ ਬਹਿ ਕੇ ਰੋ ਲੈਂਦੇ ਸੀ ਇਹ ਹਾਲਤ ਨੂੰ ਵੇਖ ਕੇ। ਬਸ ਹੋਰ ਸਾਡੇ ਹੱਥ ਵਸ ਕੁਝ ਨਹੀਂ ਸੀ। ਅਸੀਂ ਤਾਂ ਗੁਰੂ ਅੱਗੇ ਜੋਦੜੀਆਂ ਕਰ ਸਕਦੇ ਸੀ, ਪਾਤਸ਼ਾਹ ਤੂੰ ਕਿਰਪਾ ਕਰ, ਜਿਨ੍ਹਾਂ ਨੇ ਇਹ ਹਸ਼ਰ ਕਰਵਾਇਆ ਤੇਰਾ, ਇਹ ਇਸ ਤਰ੍ਹਾਂ ਦੀ ਬੇਅਦਬੀ ਕਰਵਾਈ ਹੈ, ਉਹਨਾਂ ਨੂੰ ਵੀ ਅਸੀਂ ਕਦੇ ਰੁਲਦਿਆਂ ਵੇਖੀਏ। ਮਹਾਰਾਜ ਨੇ ਏਡੀ ਰਹਿਮਤ ਕੀਤੀ, ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੀ ਉਮਰ ਦਿੱਤੀ, ਜਿਹਦੀ ਬਦੌਲਤ ਅੱਜ ਬਾਦਲ ਅੱਖੀਂ ਵੇਖ ਰਿਹਾ ਜੋ ਉਹਨੇ ਝੂਠ ਦਾ ਇੱਕ ਬੁਰਜ ਖੜਾ ਕੀਤਾ ਹੋਇਆ ਸੀ, ਜੋ ਕੌਮ ਦੇ ਨਾਲ ਗਦਾਰੀਆਂ ਦੀ ਆ ਲੰਮੀ ਲਿਸਟ ਹੈ, ਕਿਵੇਂ 1970 ਤੋਂ ਝੂਠੇ ਪੁਲਿਸ ਮੁਕਾਬਲੇ, ਕਿਵੇਂ ਕੀ ਕੁਝ ਕਰਵਾਇਆ, ਉਹ ਸਾਰਾ ਜਿਹੜਾ ਇਹਨੇ ਐਡਾ ਧਾਮ-ਝਾਮ ਖੜਾ ਕੀਤਾ ਸੀ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉਹ ਸਾਰਾ ਇਹਨਾਂ ਦਾ ਬੁਰਜ ਜਿਹੜਾ ਬੁਰੀ ਤਰ੍ਹਾਂ ਖਤਮ ਕਰ ਦਿੱਤਾ, ਢਹਿ ਢੇਰੀ ਕਰ ਦਿੱਤਾ। ਅੱਜ ਗਿਆਨੀ ਹਰਪ੍ਰੀਤ ਸਿੰਘ ਜੀ, ਅਕਾਲੀ ਦਲ ਦੇ ਖਤਮ ਹੋਣ ਦਾ ਤੁਹਾਨੂੰ ਡਰ ਨਹੀਂ, ਬਾਦਲ ਕੇ ਰੋਲ ਤੇ ਜਿਹੜੇ ਬਾਦਲਾਂ ਦੇ ਰਾਜ ਵਿੱਚ ਸਾਡੇ ਗੁਰੂ ਦੇ ਅੰਕ ਰੁਲੇ ਸੀ, ਅੱਜ ਉਹ ਬਾਦਲ ਕੇ ਪੰਜਾਬ ਦੇ ਲੋਕਾਂ ਨੇ ਰੋਲ ਤੇ। ਔਰ ਮੈਂ ਸਮੂਹ ਪੰਥਕ ਧਿਰਾਂ ਦੇ ਹੱਥ ਬੰਨ ਕੇ ਬੇਨਤੀ ਕਰਦਾ, ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਕਰਕੇ ਖਾਲਸਾਈ ਨਿਸ਼ਾਨ ਸਾਹਿਬ ਤੇ ਇਕੱਠੇ ਹੋ ਕੇ ਆਪਣੀ ਈਗੋ ਛੱਡ ਕੇ ਗੁਰਧਾਮਾਂ ਨੂੰ, ਸਾਡੇ ਪਵਿੱਤਰ ਇਤਿਹਾਸਕ ਗੁਰਧਾਮਾਂ ਨੂੰ ਬਾਦਲ ਮੁਕਤ ਕਰਨ ਦੇ ਲਈ ਇਕਮੁੱਠ ਹੋਈਏ। ਔਰ ਜਿਹੜੀਆਂ ਹੁਣ ਇਹ ਆਂਡੇ ਕਿਤੇ ਤੇ ਕੁੜਕੁੜ ਕਿਤੇ ਕਰਨ ਵਾਲੀਆਂ ਮੁਰਗੀਆਂ ਨੇ, ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ, ਇਹਨਾਂ ਨੂੰ ਪਛਾਣੋ। ਇਹਨਾਂ ਦੀਆਂ ਜਿਨ੍ਹਾਂ ਦੇ ਬਹੁਤ ਲੰਮੇ ਚਿੱਠੇ ਨੇ, ਕਿਤੇ ਫੇਰ ਆਪਾਂ ਡਿਟੇਲ 'ਚ ਗੱਲਾਂ ਕਰਾਂਗੇ। ਸੋ ਹੱਥ ਬੰਨ ਕੇ ਮੇਰੀ ਬੇਨਤੀ ਹੈ, ਜਿੰਨੇ ਬਾਦਲ ਐਂਟੀ ਗਰੁੱਪ ਤੁਰੇ ਫਿਰਦੇ ਆ ਵੀਰੇ, ਆਪਾਂ ਸਾਰੇ ਇਕੱਠੇ ਹੋ ਜਾਓ, ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਅੱਜ ਬੁਰੀ ਤਰ੍ਹਾਂ ਸੱਚੇ ਪਾਤਸ਼ਾਹ ਨੇ ਬਾਦਲਾਂ ਨੂੰ ਰੋਲ ਕੇ ਰੱਖਤਾ ਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹਨਾਂ ਦੀ ਪੁਸਤ ਪਨਾਹੀ ਕਰਦਾ ਰਿਹਾ, ਉਹਦਾ ਕੀ ਹਸ਼ਰ ਹੋਇਆ। ਇਹ ਗੁਰੂ ਨਾਲ ਜਿਹੜਾ ਮੱਥਾ ਲਾਊ, ਭਾਵੇਂ ਉਹ ਸੁਰਜੀਤ ਬਰਨਾਲਾ ਹੋਵੇ ਜਿਹੜਾ 1986 ਚ ਬਲੈਕ ਥੰਡਰ ਕਰਾਉਂਦਾ ਹੈ, ਤੇ ਭਾਵੇਂ ਬਾਦਲ ਕੇ ਹੋਣ, ਜਾਂ ਗੁਰੂ ਦੋਖੀਆਂ ਨੂੰ ਬਚਾਉਣ ਵਾਲਾ ਇਹ ਅਮਰਿੰਦਰ ਹੋਵੇ, ਸਾਰਿਆਂ ਦਾ ਮਲੀਆ ਮੇਟ ਹੋ ਗਿਆ। ਹੁਣ ਕਿੰਨੇ ਲੀਡਰ ਤਾਂ ਬੋਲ ਵੀ ਰਹੇ ਆ ਨਾ ਕਿ ਸਾਨੂੰ ਗੁਰੂ ਨੇ ਇਹ ਪ੍ਰਸ਼ਾਦ ਦੇਤਾ, ਤਾਂ ਸਾਡਾ ਹਸ਼ਰ ਇਹ ਹੋਇਆ ਵੀ ਜਿਹੜਾ ਅਸੀਂ ਬਣਦੀ ਕਾਰਵਾਈ ਨਹੀਂ ਕੀਤੀ। ਸੋ ਇਸ ਲਈ ਆਪਣੇ ਗੁਰੂ ਦੇ ਉੱਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ ਸਾਰੇ ਸਿੱਖਾਂ ਨੂੰ, ਭਾਵੇਂ ਉਹ ਸਿੱਖ ਕਿਸੇ ਪਾਰਟੀ 'ਚ ਨੇ, ਭਾਵੇਂ ਬਾਦਲ ਗਰੁੱਪ ਦੇ ਵਿੱਚ ਨੇ। ਮੈਨੂੰ ਪਤਾ ਹੈ ਬਾਦਲ ਗਰੁੱਪ 'ਚ ਬਹੁਤ ਵੱਡੇ ਪੱਧਰ ਤੇ ਬਗਾਵਤ ਉੱਠ ਖੜੀ ਹੈ। ਸਾਰੇ ਬਾਦਲ ਦਲੀਆਂ ਨੂੰ ਬੇਨਤੀ ਕਰਦਾ ਕਿ ਇਹ ਬਾਦਲਾਂ ਦਾ ਜਿਹੜਾ ਗੰਦ ਹੈ ਅਕਾਲੀ ਦਲ 'ਚੋਂ ਕੱਢ ਕੇ ਬਾਹਰ ਮਾਰੋ। ਜਿਹੜੇ ਕਾਂਗਰਸ ਦੇ ਵਿੱਚ ਸਿੱਖ ਨੇ ਜਾਂ ਆਮ ਆਦਮੀ ਪਾਰਟੀ 'ਚ ਨੇ, ਬੀਜੇਪੀ, ਜਿੰਨੇ ਸਿੱਖ ਨੇ ਕਿਸੇ ਪਾਰਟੀ 'ਚ ਚਲੇ ਗਏ, ਕਿਸੇ ਕਾਰਨ ਚਲੇ ਗਏ, ਸਾਰੇ ਆਪਾਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੇ ਲਈ ਲਾਮਬੰਦ ਹੋਈਏ। ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਜਿਵੇਂ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਕ ਰੁਲੇ ਸੀ, ਅੱਜ ਇਹਨਾਂ ਨੂੰ ਰੁਲਣਾ ਪੈ ਰਿਹਾ ਹੈ।
ਸਾਡੇ ਹਿਰਦਿਆਂ ਨੂੰ ਠੰਡ ਮਿਲ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਨ ਕੋਟ ਸ਼ੁਕਰ, ਭੁੱਲਾਂ ਚੁੱਕਾਂ ਲਈ ਮਾਫੀ। ਜੇ ਇਹਨਾਂ ਦੇ ਵਿੱਚ ਕੋਈ ਸੱਚ ਹੈ ਤਾਂ ਆਹ ਬੀਬੀ ਜੰਗੀਰ ਕੌਰ ਜਿਹੜੀ ਬਕਵਾਸ ਕਰਦੀ ਸੀ ਉਸ ਦਿਨ, ਉਹਦੇ ਤੇ ਅੱਜ ਵੀ ਅਸੀਂ ਇਹ ਸਵਾਲ ਖੜੇ ਨੇ ਉੱਥੇ ਜਿਉਂਦੇ ਤਿਉਂ। ਭਲੱਥ ਦੇ ਵਿੱਚ ਅਸੀਂ ਸੰਗਤ ਨੂੰ ਵੀ ਕਹਿ ਕੇ ਆਏ ਸੀ ਸਵਾਲ ਪੁੱਛਿਓ, ਭਲੱਥ ਦੇ ਲੋਕਾਂ ਨੇ ਵੀ ਸਾਡੀ ਗੱਲ ਨੂੰ ਸੁਣਿਆ। ਔਰ ਇਹ ਨਹੀਂ ਵੀ ਅਸੀਂ ਪੈਂਡਾ ਛੱਡਣ ਵਾਲੇ ਆ ਜਾਂ ਹੁਣ ਅਸੀਂ ਚੁੱਪ ਕਰ ਜਾਾਂਗੇ। ਇਹ ਜਿੰਨਾ ਚਿਰ ਸਾਡੇ ਸਵਾਸ ਚੱਲਦੇ ਨੇ ਅਸੀਂ ਇਹਨਾਂ ਗਦਾਰਾਂ ਦੀਆਂ ਗਦਾਰੀਆਂ, ਇਹਨਾਂ ਦਾ ਕਮੀਨਾਪਨ, ਇਹਨਾਂ ਦੀਆਂ ਨਲਾਇਕੀਆਂ ਜਗਜਾਰ ਕਰਦੇ ਰਹਾਂਗੇ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਪੰਜਾਬ ਅੰਦਰ ਆਪ ਦੀ ਐਸੀ ਹਨੇਰੀ ਚੱਲੀ ਕਿ ਆਪਣੇ ਆਪ ਨੂੰ ਸਿਆਸਤ ਦੇ ਥੰਮ ਕਹਾਉਣ ਵਾਲੇ ਵੱਡੇ ਵੱਡੇ ਚੋਟੀ ਦੇ ਲੀਡਰ ਵੀ ਡਿੱਗ ਪਏ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।